ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਜਿੱਤ ਅਜਿਹੀ ਵੀ ਜਦੋਂ ਆਖਰੀ ਮੌਕੇ ਤੇ ਭੰਨੀ ਭਾਜਪਾ ਸਰਕਾਰ ਦੀ ਅੜੀ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, 3 ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਸੰਘਰਸ਼ ਜਿਹੜਾ ਹੈਗਾ 1 ਸਾਲ ਬਾਅਦ ਆਪਣੇ ਆਖਰੀ ਪੜਾਅ 'ਚ ਜਿਹੜਾ ਹੈਗਾ ਪਹੁੰਚ ਚੁੱਕਿਆ, ਜਿੱਥੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮਨਾਉਣ ਦੀ ਜਹਿਦ ਕੀਤੀ ਜਾ ਰਹੀ ਹੈ ਤੇ ਚਰਚਾ ਇਹ ਵੀ ਚੱਲ ਰਹੀ ਹੈ ਪਿਛਲੇ 1 ਹਫ਼ਤੇ ਤੋਂ ਲਗਾਤਾਰ ਜਿਹੜਾ ਹੈਗਾ ਵੀ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ੍ਹ ਵੀ ਸਾਰਾ ਦਿਨ ਤੇ ਅੱਜ ਵੀ ਸਵੇਰ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ, ਮੀਟਿੰਗਾਂ ਕੀਤੀਆਂ ਜਾ ਰਹੀਆਂ। ਅਸੀਂ ਜਾਣਨਾ ਚਾਹਾਂਗੇ ਇਸ ਬਾਰੇ ਤੁਹਾਡੇ ਕੋਲ ਕੀ ਅਪਡੇਟ ਹੈ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਕਰੀਬਨ 1 ਵਰ੍ਹੇ ਤੋਂ ਉੱਪਰ ਦਾ ਟਾਈਮ ਹੋ ਗਿਆ ਜੀ। ਪੂਰੀ ਦੁਨੀਆ ਦੀ ਨਜ਼ਰ ਪਹਿਲਾਂ ਇਸ ਗੱਲ 'ਤੇ ਲੱਗੀ ਹੋਈ ਸੀ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹ ਕਿਸ ਪੜਾਅ ਵੱਲ ਵੱਧਦਾ ਹੈ ਜਾਂ ਭਾਰਤ ਸਰਕਾਰ ਖੇਤੀ ਕਾਨੂੰਨ ਨੂੰ ਲੈ ਕੇ ਕਿਹੋ ਜਿਹਾ ਪੈਂਤੜਾ ਲੈਂਦੀ ਹੈ। ਸੋ ਆਖਰ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਪਾਰਲੀਮੈਂਟ ਦੇ ਵਿੱਚੋਂ ਇਹ ਕਾਨੂੰਨ ਹੈ ਜਿਹੜੇ ਰੱਦ ਹੋ ਚੁੱਕੇ ਨੇ ਜੀ ਔਰ ਰਾਸ਼ਟਰਪਤੀ ਤਰਫੋਂ ਇਸ 'ਤੇ ਮੋਹਰ ਜਿਹੜੀ ਲੱਗ ਚੁੱਕੀ ਹੈ। ਜੀ। ਹੁਣ ਸਮੁੱਚੇ ਮੁਲਕ ਦੀਆਂ ਔਰ ਕੌਮਾਂਤਰੀ ਪੱਧਰ 'ਤੇ ਇਸ ਗੱਲ 'ਤੇ ਨਜ਼ਰ ਹੈ ਜਿਹੜੀ ਟਿਕੀ ਹੋਈ ਹੈ ਕਿ ਹੁਣ ਜਿਹੜੀਆਂ ਬਕਾਇਆ ਪਈਆਂ ਮੰਗਾਂ ਨੇ ਉਹਨਾਂ 'ਤੇ ਭਾਰਤ ਸਰਕਾਰ ਕਿਸ ਤਰ੍ਹਾਂ ਦਾ ਕਿਸ ਨਜ਼ਰੀਏ ਤੋਂ ਦੇਖਦੀ ਹੈ ਉਹਨਾਂ ਨੂੰ, ਕਦੋਂ ਉਹਨਾਂ ਦੀ ਜਿਹੜੀ ਮੰਨਦੀ ਹੈ ਉਹਨਾਂ ਨੂੰ, ਜਾਂ ਜਿਹੜਾ ਕਿਸਾਨ ਅੰਦੋਲਨ ਹੈ ਉਹ ਕਦੋਂ ਸਮਾਪਤੀ ਵੱਲ ਵੱਧਦਾ ਜਾਂ ਸਮਾਪਤੀ ਦਾ ਕਦੋਂ ਐਲਾਨ ਹੁੰਦਾ ਹੈ। ਜੀ। ਸੋ ਆਖਰ ਉਹ ਘੜੀ ਹੁਣ ਆ ਚੁੱਕੀ ਹੈ। ਜੀ। ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੈ ਜਿਸ ਨੇ ਇਸ ਬਾਰੇ ਫੈਸਲਾ ਕਰਨਾ ਹੈ ਉਹ ਕੁਝ ਟਾਈਮ ਬਾਅਦ ਹੀ ਜਿਹੜੀ ਸਟਾਰਟ ਹੋਣ ਵਾਲੀ ਹੈ, ਜਿਹਦੇ ਵਿੱਚ ਇਹ ਤੈਅ ਹੋਣਾ ਹੈ ਕਿ ਅੰਦੋਲਨ ਨੂੰ ਮੁਲਤਵੀ ਕੀਤਾ ਜਾਵੇ, ਅੰਦੋਲਨ ਨੂੰ ਖਤਮ ਕੀਤਾ ਜਾਵੇ ਜਾਂ ਵਾਪਸ ਘਰਾਂ ਨੂੰ ਜਾਇਆ ਜਾਵੇ। ਜੀ। ਇਸ ਬਾਰੇ ਜਿਹੜਾ ਰਸਮੀ ਐਲਾਨ ਹੈ ਉਹ ਅੱਜ ਦੀ ਮੀਟਿੰਗ ਤੋਂ ਬਾਅਦ ਹੋਣਾ ਹੈ। ਔਰ ਜਿੱਥੋਂ ਤੱਕ ਕਿਸਾਨ ਕੁਛ ਆਗੂਆਂ ਨਾਲ ਗੱਲ ਹੋਈ ਹੈ ਉਹਨਾਂ ਦਾ ਇਹੀ ਮੰਨਣਾ ਸੀ ਕਿ ਅੱਜ ਹੈ ਜਿਹੜਾ ਅੰਦੋਲਨ ਜਿਹੜਾ ਹੈਗਾ ਉਹ ਸਮਾਪਤ ਹੋ ਸਕਦਾ, ਇਸ ਦੀ ਕਾਫੀ ਹੱਦ ਤੱਕ ਸੰਭਾਵਨਾ ਹੈ। ਪਰ ਜਿੰਨਾ ਟਾਈਮ ਸਾਡੇ ਕੋਲ ਕੋਈ ਸੋਲਿਡ ਰਿਜ਼ਲਟ ਨਹੀਂ ਬਾਹਰ ਆਉਂਦਾ ਮੀਟਿੰਗ ਦਾ, ਉਹਨਾਂ ਟਾਈਮ ਆਪਾਂ ਕੁਛ ਠੋਸ ਕਹਿ ਨਹੀਂ ਸਕਦੇ। ਦੇਖੋ, ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਉਹਨਾਂ ਦੀਆਂ ਬਕਾਇਆ ਮੰਗੀਆਂ ਸੀ, ਚਾਹੇ MSP ਦਾ ਮਾਮਲਾ ਸੀ, ਚਾਹੇ ਪੁਲਿਸ ਕੇਸਾਂ ਦਾ ਸੀ, ਮੁਆਵਜ਼ੇ ਦਾ ਸੀ, ਇਹਨਾਂ ਨੂੰ ਲੈ ਕੇ ਇੱਕ ਆਪਣੀ 5 ਮੈਂਬਰੀ ਜਿਹੜੀ ਕਮੇਟੀ ਹੈ ਉਹ ਸਰਕਾਰ ਦੀ ਅਪੀਲ ਤੋਂ ਬਾਅਦ ਬਣਾ ਦਿੱਤੀ ਸੀ। ਜੀ। ਔਰ 5 ਮੈਂਬਰੀ ਕਮੇਟੀ ਨੇ ਸਰਕਾਰ ਨਾਲ ਬਾਕੀ ਇਸ਼ੂਆਂ 'ਤੇ ਗੱਲਬਾਤ ਕਰਨੀ ਸੀ। ਉਸ ਤੋਂ ਬਾਅਦ ਸਰਕਾਰ ਇੱਕਦਮ ਹੈ ਜਿਹੜੀ ਉਹਨੇ ਆਪਣੀ ਚੁੱਪ ਵੱਟ ਲਈ। 2 ਦਿਨ ਕੋਈ ਰਿਸਪੌਂਡ ਨਾ ਕੀਤਾ ਗੌਰਮੈਂਟ ਨੇ। ਔਰ ਉਸ ਤੋਂ ਬਾਅਦ ਜਦੋਂ ਕਿਸਾਨ ਮੋਰਚੇ ਵਾਲਿਆਂ ਨੇ, ਆਗੂਆਂ ਨੇ ਉਹਨਾਂ ਨੂੰ ਮੁੜ ਕਿਹਾ ਕਿ ਅਗਰ ਇੱਦਾਂ ਤੁਸੀਂ ਜੀ ਚੱਲਣਾ ਹੈਗਾ, ਨੀਤੀਆਂ ਆਪਣੀਆਂ ਚਾਲਾਂ ਚੱਲਣੀਆਂ ਨੇ, ਤਾਂ ਅਸੀਂ ਆਪਣਾ ਅੰਦੋਲਨ ਹੈ ਜਿਹੜਾ ਉਸ ਨੂੰ ਜਾਰੀ ਰੱਖਾਂਗੇ। ਜੀ। ਤਾਂ ਉਸ ਤੋਂ ਬਾਅਦ ਹੀ ਕੱਲ੍ਹ ਹੈ ਜਿਹੜੇ ਉਹ ਭਾਰਤ ਸਰਕਾਰ ਨੇ ਇੱਕ ਜਿਹੜੀ ਚਿੱਠੀ ਹੈ ਉਹ ਸੰਯੁਕਤ ਮੋਰਚੇ ਤੱਕ ਭੇਜੀ ਹੈ, ਜਿਹਦੇ ਵਿੱਚ 5 ਨੁਕਤੇ ਮੁੱਖ ਤੌਰ 'ਤੇ ਉਭਾਰੇ ਗਏ ਨੇ। ਜੀ। ਉਹਨਾਂ 5 ਨੁਕਤਿਆਂ ਦੇ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਜੀ ਜਿਹੜੀ MSP ਦਾ ਮਸਲਾ ਹੈ ਉਹਦੇ ਵਿੱਚ ਅਸੀਂ ਕਿਸਾਨ ਮੋਰਚੇ ਦੇ ਆਗੂ, ਵਿਸ਼ਾ ਮਾਹਰ, ਰਾਜਾਂ ਦੇ ਵਿੱਚੋਂ ਔਰ ਕਿਸਾਨ ਯੂਨੀਅਨਾਂ ਦੇ ਵਿੱਚੋਂ ਕੁਛ ਨੁਮਾਇੰਦੇ ਲਵਾਂਗੇ। ਜੀ। ਔਰ ਉਹਦੇ ਵਿੱਚ ਇਹ ਆਬਜੈਕਸ਼ਨ ਉਸ ਤੋਂ ਬਾਅਦ ਸਰਕਾਰ ਦੇ ਜਿਹੜੇ ਕੋਲ ਉਠਾਇਆ ਆਪਣੇ ਕਿਸਾਨ ਧਿਰਾਂ ਨੇ, ਸੰਯੁਕਤ ਕਿਸਾਨ ਮੋਰਚਾ ਨੇ, ਕਿ ਜਿਹੜੀਆਂ ਪ੍ਰੋ ਬਿੱਲ ਕਾਨੂੰਨ ਦੇ ਹੱਕ 'ਚ ਖੜ੍ਹਦੀਆਂ ਰਹੀਆਂ ਧਿਰਾਂ ਨੇ ਉਹਨਾਂ ਦੇ ਨੁਮਾਇੰਦੇ ਅਸੀਂ ਸ਼ਾਮਲ ਕਰਨਾ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਨਰੋਰ ਉਹਨਾਂ ਲੋਕਾਂ ਨੂੰ ਸ਼ਾਮਲ ਕਰੋ, ਉਸ ਧਿਰ ਨੂੰ ਸ਼ਾਮਲ ਕਰੋ ਜਿਸ ਨੇ ਇਹ ਅੰਦੋਲਨ ਹੈ ਉਹ ਲੜਿਆ ਹੈ। ਜੀ। ਦੂਸਰਾ ਗੱਲ ਸੀ ਕਿ ਜਿਹੜੇ ਪੁਲਿਸ ਕੇਸ ਰਜਿਸਟਰਡ ਹੋਏ ਨੇ ਹਰਿਆਣਾ ਦੇ ਵਿੱਚ, UP 'ਚ, ਦਿੱਲੀ 'ਚ, ਰਾਜਸਥਾਨ ਔਰ ਪੰਜਾਬ ਦੇ ਵਿੱਚ, ਉਹਨਾਂ ਦੀ ਵਾਪਸੀ ਦਾ ਮਸਲਾ ਸੀ। ਇਹ 'ਤੇ ਭਾਰਤ ਸਰਕਾਰ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਅਸੀਂ ਇਹ ਜਲਦ ਤੁਸੀਂ ਆਪਣਾ ਅੰਦੋਲਨ ਖਤਮ ਕਰ ਦਿਓ ਅਤੇ ਅਸੀਂ ਆਪਾਂ ਇਹ ਵਾਪਸ ਕੇਸ ਹੈ ਜਿਹੜੇ ਲੈ ਲਵਾਂਗੇ। ਪਰ ਉਹਦੇ ਵਿੱਚ ਹਰਿਆਣਾ ਵਾਲਿਆਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਜਿਸ ਟਾਈਮ 2016 'ਚ ਜਾਟ ਅੰਦੋਲਨ ਚੱਲਿਆ ਸੀ ਤਾਂ ਉਦੋਂ ਵੀ ਇਹ ਕਿਹਾ ਗਿਆ ਸੀ ਕਿ ਕੇਸ ਵਾਪਸ ਲੈ ਲਵਾਂਗੇ ਅਤੇ ਤੁਸੀਂ ਅੰਦੋਲਨ ਖਤਮ ਕਰ ਦਿਓ, ਅਤੇ ਬਾਅਦ 'ਚ ਉਹ ਕੇਸ ਹੈ ਜਿਹੜੇ ਵਾਪਸ ਨਹੀਂ ਲਏ ਸੀ। ਇਸ 'ਤੇ ਵੀ ਓਬਜੈਕਸ਼ਨ ਕੀਤਾ ਕਿ ਪਹਿਲਾਂ ਕੇਸ ਵਾਪਸ ਲੈਣ ਦਾ ਫੈਸਲਾ ਠੋਸ ਲਿਆ ਜਾਵੇ, ਉਸ ਤੋਂ ਬਾਅਦ ਅਸੀਂ ਅੰਦੋਲਨ ਹੈ ਜਿਹੜਾ ਉਹ ਸਮਾਪਤ ਕਰਾਂਗੇ। ਜੀ। ਇਸ ਤਰ੍ਹਾਂ ਕੰਪਨਸੇਸ਼ਨ ਦਾ ਮਸਲਾ ਸੀਗਾ
ਕੰਪਨਸੇਸ਼ਨ ਦੇ ਮਸਲੇ ਦੇ ਵਿੱਚ ਇਹ ਸੀਗਾ, ਉਹ ਕਹਿੰਦੇ ਸੀ ਕਿ ਅਸੀਂ ਹਰਿਆਣਾ ਸਰਕਾਰ ਨਾਲ ਯੂਪੀ ਸਰਕਾਰ ਨਾਲ ਗੱਲ ਕਰ ਲਈ ਹੈ ਕਿ ਤੁਹਾਨੂੰ ਮੁਆਵਜ਼ਾ ਦੇ ਦਿੱਤਾ ਜਾਏਗਾ, ਪਰ ਆਤਿਸ਼ ਉਹਦੇ ਵਿੱਚ ਕਿਸਾਨ ਇਹ ਮੰਗ ਕਰਦੇ ਸੀ ਕਿ ਸਾਨੂੰ ਪੰਜਾਬ ਪੈਟਰਨ ਤੇ ਜਿਹੜਾ ਮੁਆਵਜ਼ਾ ਅਨਾਉਂਸ ਕੀਤਾ ਜਾਵੇ ਬਕਾਇਦਾ ਜੀ, ਔਰ ਇੱਕ ਇੱਕ ਜੀ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ ਜਿਹੜੇ ਕਿਸਾਨ ਘੋਲ ਦੇ ਦੌਰਾਨ ਕਿਸਾਨ ਜਾਂ ਮਜ਼ਦੂਰ ਆ ਜਿਹੜੇ ਉਹ ਸ਼ਹੀਦ ਹੋਏ ਨੇ। ਜੀ, ਬਿਜਲੀ ਬਿੱਲ ਦਾ ਮਾਮਲਾ ਸੀਗਾ ਕਿ ਇਸ ਨੂੰ ਪੇਸ਼ ਨਾ ਕੀਤਾ ਜਾਵੇ ਕਿਉਂਕਿ ਇਹਦੇ 'ਚ ਕਿਸਾਨਾਂ ਨੂੰ ਸੱਟ ਪੈਣੀ, ਬਿਜਲੀ ਦੇ ਬਿੱਲ ਵੱਧ ਕੇ ਆਉਣੇ ਨੇ। ਇਸ ਤਰ੍ਹਾਂ ਪਰਾਲੀ ਦਾ ਇਸ਼ੂ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਕੁਛ ਕੁ ਧਾਰਾ ਜਿਹੜੀ ਕਿਸਾਨਾਂ 'ਤੇ ਅਸੀਂ ਕੇਸ ਦਰਜ ਕਰਨੇ ਉਹ ਧਾਰਾ ਹਟਾ ਦਿੰਦੇ ਹਾਂ, ਪਰ ਫਿਰ ਵੀ ਕਿਸਾਨਾਂ ਨੇ ਇਹ ਆਬਜੈਕਟ ਕੀਤਾ ਸੀ ਕਿ ਤੁਸੀਂ ਇਹ ਤਾਂ ਹਟਾ ਦਿਓਗੇ ਪਰ ਇਹਦੇ ਨਾਲ ਇੱਕ ਜੁੜੀ ਹੋਰ ਧਾਰਾ ਜਿਹਦੇ ਵਿੱਚ ਜੁਰਮਾਨੇ ਦੀ ਵਿਵਸਥਾ ਹੈ ਕਿ ਕਿਸਾਨਾਂ ਨੂੰ ਜੁਰਮਾਨਾ ਹੋਏਗਾ, ਉਸ ਨੂੰ ਵੀ ਹਟਾਇਆ ਜਾਵੇ। ਇਹ 5 ਨੁਕਤੇ ਸੀ ਜੀ, ਤੇ ਅਲੱਗ-ਅਲੱਗ ਤਰੀਕੇ ਨਾਲ ਕਿਸਾਨ ਧਿਰਾਂ ਨੇ ਰਿਸਪੌਂਡ ਕਰਕੇ ਉਸ ਨੂੰ ਵਾਪਸ ਕਰਤਾ ਸੀ ਪੱਤਰ ਨੂੰ। ਤਾਂ ਅੱਜ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਦੀ ਮਾਰਨਿੰਗ 10 ਵਜੇ ਮੀਟਿੰਗ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਚਿੱਠੀ ਹੈ ਜਿਹੜੀ ਵਾਪਸ ਸਰਕਾਰ ਨੂੰ ਭੇਜੀ। ਪਤਾ ਲੱਗਿਆ ਕਿ ਵੀ ਸਰਕਾਰ ਨੇ ਮੋੜਵੇਂ ਰੂਪ ਵਿੱਚ ਉਹਨਾਂ ਨੂੰ ਜਵਾਬ ਦੇ ਦਿੱਤਾ ਹੈ, ਅਤੇ ਜਿੱਥੋਂ ਤੱਕ ਸੂਤਰਾਂ ਦੇ ਹਵਾਲੇ ਨਾਲ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਸਰਕਾਰ ਹੈ ਤਕਰੀਬਨ ਸਾਰੀਆਂ ਗੱਲਾਂ 'ਤੇ ਸਹਿਮਤ ਹੋ ਗਈ ਹੈ। ਤਾਂ ਉਸ ਤੋਂ ਬਾਅਦ ਇਹਨਾਂ ਨੇ ਹੁਣ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੈ ਉਹ ਆਰੰਭੀ ਹੈ, ਜਿਹਦੇ ਵੇਰਵੇ ਆਉਣੇ ਹਾਲੇ ਬਾਕੀ ਹੈ। ਆਤਿਸ਼ ਕੁਛ ਗੱਲਾਂ ਤਾਂ ਸਾਨੂੰ ਇਹ ਦਿਖਦੀਆਂ ਨੇ ਜੀ ਕਿ ਜਿਹੜੀਆਂ ਸਾਹਮਣੇ ਹੋ ਰਹੀਆਂ, ਖੇਤੀ ਕਾਨੂੰਨ ਵਾਪਸ ਹੋ ਰਹੇ ਨੇ, ਪੁਲਿਸ ਕੇਸ ਰੱਦ ਹੋ ਜਾਣਗੇ। ਕੁਝ ਗੱਲਾਂ ਇਹੋ ਜਿਹੀਆਂ ਕਿ ਜਿਹੜੀ ਆਖਰੀ ਦੌਰ ਦੇ ਵਿੱਚ ਸਾਨੂੰ ਨਜ਼ਰ ਆਈਆਂ ਨੇ ਜੀ। ਇੱਕ ਲੜਾਈ ਉਹ ਸੀ ਜਿਹੜੀ ਅਸੀਂ ਜਿੱਤ ਲਈ ਸੀ ਜਦੋਂ 3 ਖੇਤੀ ਕਾਨੂੰਨ ਵਾਪਸ ਹੋ ਗਏ ਸੀ। ਹੁਣ ਜਦੋਂ ਅਸੀਂ ਆਖਰੀ ਦੌਰ 'ਚ ਦਾਖਲ ਹੋਏ ਤਾਂ ਇੱਕ ਲੜਾਈ ਅਸੀਂ ਹੋਰ ਜਿੱਤੀ ਹੈ ਜੀ, ਕਿ ਜਿਹੜੀ ਸਾਨੂੰ ਮੋਟੇ ਰੂਪ ਦੇ ਵਿੱਚ ਦਿਖਦੀ ਨਹੀਂ ਕਿਧਰੇ। ਉਹ ਇਹ ਹੈ ਆਤਿਸ਼ ਕਿ ਪ੍ਰਧਾਨ ਮੰਤਰੀ ਇੱਕ ਤਰਫਾ ਐਲਾਨ ਕਰਦੇ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ, ਉਹ ਕਿਸਾਨ ਮੋਰਚੇ ਨਾਲ ਕਿਧਰੇ ਕੋਈ ਗੱਲ ਨਹੀਂ ਚਲਾਉਂਦੇ। ਤਾਂ ਇੱਕ ਤਾਂ ਜਿਸ ਤਰ੍ਹਾਂ ਵਿਰੋਧੀ ਧਿਰਾਂ ਵੀ ਕਹਿੰਦੇ ਨੇ ਕਿ ਅਨਡੈਮੋਕ੍ਰੈਟਿਕ ਇੱਦਾਂ ਦਾ ਐਟੀਟਿਊਡ ਹੈ ਕਿ ਪਹਿਲਾਂ ਕੈਬਨਿਟ ਜਾਣਾ ਚਾਹੀਦਾ ਸੀ, ਜਿਹੜੇ ਸਟੇਕ ਹੋਲਡਰ ਹੈ, ਕਿਸਾਨ ਹੈ, SKM ਹੈ ਜਿਹੜੀ, ਉਹਨਾਂ ਨੂੰ ਮੀਟਿੰਗ 'ਚ ਕਾਲ ਕੀਤਾ, ਗੱਲਬਾਤ ਹੋਣੀ ਚਾਹੀਦੀ, ਉਸ ਤੋਂ ਬਾਅਦ ਵਾਪਸੀ ਦਾ ਐਲਾਨ ਹੋਣਾ ਚਾਹੀਦਾ ਸੀ। ਪਰ ਪ੍ਰਧਾਨ ਮੰਤਰੀ ਇਹਦੇ ਵਿੱਚ ਫਿਰ ਵੀ ਜਿਹੜੇ ਕਿਸਾਨ ਮੋਰਚੇ ਨੂੰ ਜਾਂ SKM ਨੂੰ ਕਿਨਾਰੇ 'ਤੇ ਕਰ ਰਹੇ ਸੀ, ਹਾਸ਼ੀਏ 'ਤੇ ਕਰ ਰਹੇ ਸੀ। ਉਹ ਕਹਿ ਰਹੇ ਸੀ ਕਿ ਕੁਝ ਲੋਕਾਂ ਦਾ ਅੰਦੋਲਨ ਹੈ, ਇਸ ਤਰੀਕੇ ਨਾਲ ਇਹਨਾਂ ਨੂੰ ਲਿਆ ਗਿਆ ਸੀਗਾ। ਪਰ ਹੁਣ ਜਦੋਂ ਉਹਨਾਂ ਨੇ ਆਪਣੀ ਚਿੱਠੀ ਭੇਜੀ ਹੈ ਭਾਰਤ ਸਰਕਾਰ ਨੇ, ਇਹਦਾ ਮਤਲਬ ਕਿ ਚਾਹੇ ਉਹ ਗੱਲਬਾਤ 'ਤੇ ਖੁਦ ਨਹੀਂ ਆਏ ਪਰ ਉਹਨਾਂ ਨੇ ਇੱਕ ਚਿੱਠੀ ਨੂੰ ਰਿਸਪੌਂਡ ਕਰਕੇ ਆਪਣੇ ਟੇਬਲ ਦੇ ਨੇੜੇ ਤਾਂ ਗੱਲ ਲਿਆਂਦੀ ਹੈਗੀ ਹੈ। ਤਾਂ ਇਹ ਤੋਂ ਇਹ ਸਾਬਤ ਹੋ ਗਿਆ ਕਿ ਇੱਕ ਤਾਂ ਉਹਨਾਂ ਨੇ ਇਹ ਚਿੱਠੀ ਭੇਜ ਕੇ ਔਰ ਦੁਬਾਰੇ ਮੁੜ ਚਿੱਠੀ ਭੇਜ ਕੇ ਇਹ ਗੱਲ 'ਤੇ ਮੋਹਰ ਲਾ ਦਿੱਤੀ ਕਿ ਜਿਹੜਾ ਅਸਲ ਕਿਸਾਨਾਂ ਦਾ ਅੰਦੋਲਨ ਹੈ ਉਹ ਸਿੰਘੂ ਬਾਰਡਰ 'ਤੇ, ਗਾਜ਼ੀਪੁਰ ਬਾਰਡਰ 'ਤੇ ਔਰ ਟਿਕਰੀ ਬਾਰਡਰ 'ਤੇ ਲੜਿਆ ਜਾ ਰਿਹਾ ਸੀ। ਇਹਨਾਂ ਨੂੰ ਮੇਨ ਧਾਰਾ ਦੇ ਵਿੱਚ ਮੰਨ ਲਿਆ ਔਰ ਅੰਦੋਲਨ ਨੂੰ ਵਾਜਬ ਮੰਨ ਲਿਆ ਇੱਕ ਤਰੀਕੇ ਦੇ ਨਾਲ। ਇੱਕ ਇਹ ਹੈ ਕਿ ਡੈਮੋਕ੍ਰੈਟਿਕ ਵੇ ਦੇ ਵਿੱਚ ਉਹ ਆ ਗਏ ਨੇ, ਚਾਹੇ ਆਖਰੀ ਪੜਾਅ ਦੇ ਉੱਪਰ ਆਏ, ਕਿਉਂਕਿ ਪਹਿਲਾਂ ਤਾਂ ਉਹ ਆਪਣੇ ਵਨ ਸਾਈਡਡ ਫੈਸਲੇ ਜਿਸ ਤਰੀਕੇ ਨਾਲ ਲੈਂਦੇ ਉਸ ਤਰੀਕੇ ਨਾਲ ਹੀ ਲੈਂਦੇ ਨੇ। ਤਾਂ ਇਹ ਵੀ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਵੀ ਜਿੱਤ ਹੋਈ ਹੈ ਕਿਸਾਨਾਂ ਦੀ ਕਿ ਉਹਨਾਂ ਨੂੰ ਆਖਰੀ ਦੌਰ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਜਾਂ ਭਾਰਤ ਸਰਕਾਰ ਨੂੰ ਇਸ ਗੱਲ ਲਈ ਵੀ ਲਿਖਣਾ ਪਿਆ ਕਿ ਉਹਨਾਂ ਨੂੰ ਗੱਲਬਾਤ ਹੈ ਜਿਹੜੀ ਮੁੜ ਤੋਰਨੀ ਪਈ, ਚਾਹੇ ਉਹ ਚਿੱਠੀ ਦੇ ਜ਼ਰੀਏ ਹੀ ਸਹੀ। ਤਾਂ ਇਹ ਵੀ ਇੱਕ ਅੱਛੀ ਗੱਲ ਹੈ ਕਿ ਉਹਨਾਂ ਨੇ ਮੂਲ ਧਾਰਾ ਵਾਲੇ ਕਿਸਾਨ ਹੈ ਜਿਹੜੇ ਇਹਨਾਂ ਨੂੰ ਮੰਨਿਆ, ਜਿਨ੍ਹਾਂ ਨੂੰ ਉਹ ਪਹਿਲਾਂ ਇੱਕ ਹਿੱਸਾ ਮੰਨ ਰਹੇ ਸੀ, ਇੱਕ ਪਾਰਟ ਮੰਨ ਰਹੇ ਸੀ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈਗਾ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਜਿਹੜਾ ਐਲਾਨ ਹੋਇਆ ਸੀ ਵਾਪਸੀ ਦਾ, ਅਤੇ ਅੱਜ ਵੀ ਕੋਈ ਇਸ ਤਰ੍ਹਾਂ ਦਾ ਕੋਈ ਪੈਂਤੜਾ ਜਿਹੜਾ ਆ ਸਕਦਾ ਹੈ। ਹਿੰਦੀ ਚਾਦਰ ਦੇ ਵਾਰਸ ਹੈ ਜਿਹੜੇ ਉੱਥੇ ਜੁੜੇ ਹੋਏ ਨੇ, ਉਹ ਤਾਂ 1 ਸਾਲ ਤੋਂ ਜੁੜੇ ਹੋਏ ਨੇ, ਅਤੇ ਗੁਰੂ ਸਾਹਿਬ ਨੇ ਤਾਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਜਾਂ ਸਭਨਾਂ ਦੇ ਸਾਂਝੇ ਗੁਰੂ ਸੀ, ਉਹ ਤਾਂ ਆਪਾ ਵਾਰ ਦਿੱਤਾ ਸੀ। ਤਾਂ ਇਹ ਕਿਸਾਨ ਵੀ ਜਾਂ ਜਿਹੜੇ ਲੜਾਈ ਲੜਨ ਵਾਲੇ ਲੋਕ ਹੈ ਇਹ ਵੀ ਆਪਣੀਆਂ ਖੇਤਾਂ ਨੂੰ ਬਚਾਉਣ ਲਈ, ਜ਼ਮੀਨਾਂ ਨੂੰ ਬਚਾਉਣ ਲਈ ਉੱਥੇ ਜੁਟੇ ਹੋਏ ਸੀ। ਇਹਦਾ ਵੀ ਮੈਨੂੰ ਲੱਗਦਾ ਕਿ ਅੱਜ ਕੋਈ ਰਾਹ ਨਿਕਲ ਆਏਗਾ। ਔਰ ਇੱਕ ਪੈਂਤੜਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਕਿ ਇਹ ਉਲੀਕਿਆ ਜਾ ਰਿਹਾ ਕਿ ਸਮੁੱਚੇ ਪੰਜਾਬ ਦੇ ਵਿੱਚ ਦੀਪਮਾਲਾ ਹੋਏਗੀ। ਔਰ ਉਸ ਤੋਂ ਪਹਿਲਾਂ ਇੱਕ ਹੋਰ ਪ੍ਰੋਗਰਾਮ ਹੈ ਕਿਸਾਨ ਧਿਰਾਂ ਨੇ, ਪੰਜਾਬ ਦੀਆਂ ਨੇ 32 ਨੇ ਚਾਕ ਆਊਟ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਫਤਿਹ ਮਾਰਚ ਹੈ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਏਗਾ। 1 ਦਿਨ ਦਾ 2 ਦਿਨ ਦਾ ਗੈਪ ਪਾ ਕੇ ਦਿੱਲੀ ਤੋਂ ਸਾਰੇ ਕਾਫਲੇ ਜਿਹੜੇ ਚੱਲਣਗੇ, ਪੰਜਾਬ ਦੇ ਪਿੰਡਾਂ ਵਿੱਚ ਦੀ ਹੁੰਦੇ, ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਇਹ ਸਾਰੇ ਇਲਾਕਿਆਂ ਦੇ ਵਿੱਚ ਜਾਣਗੇ। ਹਰਿਮੰਦਰ ਸਾਹਿਬ ਤੋਂ ਸਭ ਤੋਂ ਪਹਿਲਾਂ ਪਹੁੰਚਣਗੇ ਜਥੇ ਜਿਹੜੇ ਹੈਗੇ ਨੇ, ਦੁਰਗਿਆਨਾ ਮੰਦਿਰ ਵੀ ਪਹੁੰਚ ਸਕਦੇ ਨੇ, ਸਾਰੇ ਕਿਤੇ ਜਾਣਗੇ। ਔਰ ਲੋਕਾਂ ਨੂੰ ਅਪੀਲ ਕੀਤੀ ਜਾਏਗੀ ਕਿ ਉਹ ਇਹਨਾਂ ਕਿਸਾਨ ਆਗੂਆਂ 'ਤੇ ਜਾਂ ਦਿੱਲੀ ਦੇ ਵਿੱਚ ਵਾਪਸ ਆਉਣ ਵਾਲੇ ਜਿੱਤ ਹਾਸਲ ਕਰਕੇ ਆਉਣਾ ਅਤੇ ਫੁੱਲਾਂ ਦੀ ਵਰਖਾ ਕਰਨਗੇ। ਇਸ ਕਿਸਮ ਦੇ ਪ੍ਰੋਗਰਾਮ ਹੈ ਜਿਹੜੇ ਚਾਕ ਆਊਟ ਕੀਤੇ ਹੋਏ ਨੇ। ਚਰਨਜੀਤ ਜੀ, ਦਿੱਲੀ ਦੀ ਬਰੂਹਾਂ 'ਤੇ ਜਿਹੜਾ ਇਹ ਅੰਦੋਲਨ ਚੱਲ ਰਿਹਾ, ਇਸ ਦੀ ਸ਼ੁਰੂਆਤ 26 ਨਵੰਬਰ 2020 ਨੂੰ ਹੋਈ ਸੀ, ਜਿਸ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।
ਤੇ ਭਾਜਪਾ ਸਰਕਾਰ ਵੱਲੋਂ ਕਹਿ ਲਓ ਜਾਂ ਕੇਂਦਰ ਸਰਕਾਰ ਵੱਲੋਂ ਉਸ ਵੱਲੋਂ 1 ਸਾਲ ਇਸ ਅੰਦੋਲਨ ਨੂੰ ਲਮਕਾਉਣ ਦੀ, ਕਮਜ਼ੋਰ ਕਰਨ ਦੀ ਤੇ ਤੋੜਨ ਦੀਆਂ ਲੱਖ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ, ਪਰ ਉਹ ਕਾਮਯਾਬ ਨਹੀਂ ਹੋ ਸਕੀ। ਅਸੀਂ ਜਾਣਨਾ ਚਾਹਾਂਗੇ, ਜਿਵੇਂ ਦੀ ਭਾਜਪਾ ਨੇ 1 ਸਾਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ, ਇਸ ਤੋਂ ਭਾਜਪਾ ਨੂੰ ਕੀ ਖੱਟਿਆ, ਭਾਜਪਾ ਨੂੰ ਮਿਲਿਆ ਕੀ ਹੈ? ਦੇਖੋ, ਭਾਜਪਾ ਨੇ ਤਾਂ ਗਵਾਇਆ ਹੀ ਆਤਿਸ਼। ਜੇ ਖੱਟੇ ਤਾਂ ਸਿਰਫ ਉਹਨਾਂ ਨੇ ਆਪਣੀ ਬਦਨਾਮੀ ਖੱਟੀ ਹੈ, ਉਹ ਵੀ ਇੰਟਰਨੈਸ਼ਨਲ ਲੈਵਲ 'ਤੇ। ਔਰ ਪੰਜਾਬੀ ਲੋਕਾਂ ਨੇ, ਜਾਂ ਆਪਾਂ ਕਹਿ ਲਈਏ ਕਿ ਸਮੁੱਚੇ ਕਿਸਾਨਾਂ ਨੇ, ਜੀ, ਉਹਨਾਂ ਨੇ ਪਾਇਆ ਹੀ ਹੈ। ਚਾਹੇ ਉਹ ਲੋਕਾਂ ਦਾ ਮੋਹ ਮੁਹੱਬਤ ਹੋਵੇ, ਚਾਹੇ ਸਤਿਕਾਰ ਹੋਵੇ, ਤੇ ਹਾਸਲ ਕੀਤੇ ਆ ਉਹਨਾਂ ਨੇ। ਆਪਣੇ ਖੇਤ ਬਚਾਏ ਨੇ, ਆਪਣੇ ਪਿੰਡ ਬਚਾਏ ਨੇ, ਜੀ, ਆਪਣੇ ਸ਼ਹਿਰ ਬਚਾਏ ਨੇ। ਤੇ ਭਾਜਪਾ ਤਾਂ ਹੁਣ ਜਿਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਵਿੱਚ ਪੋਲੀਟੀਕਲ ਫਰੰਟ ਤੇ ਆਪਾਂ ਜਦੋਂ ਦੇਖਦੇ ਹੈਗੇ ਹਾਂ, ਚਾਹੇ ਜਿਮਨੀ ਚੋਣਾਂ ਦੀ ਆਪਾਂ ਗੱਲ ਕਰੀਏ ਤੇ ਚਾਹੇ ਵੈਸਟ ਬੰਗਾਲ ਦੀਆਂ ਚੋਣਾਂ ਦੀ ਗੱਲ ਕਰੀਏ, ਭਾਜਪਾ ਨੂੰ ਬੁਰੀ ਤਰ੍ਹਾਂ ਜਿਹੜੀ ਸੱਟ ਹੈ ਉਹ ਲੱਗੀ ਹੈ। ਹੁਣ ਵੀ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ। ਜਿਹੜੀ ਵੋਟ ਤੇ ਚੋਟ ਵਾਲਾ ਨਾਅਰਾ ਸੀ ਕਿਸਾਨਾਂ ਦਾ, ਉਹ ਵੀ ਕਾਫੀ ਅਸਰ ਦਿਖਾਈ ਉਸਦਾ ਦੇ ਰਿਹਾ ਸਾਨੂੰ ਜੀ, ਕਿਉਂਕਿ ਪੋਲੀਟੀਕਲ ਲੋਕ ਹੈ ਜਿਹੜੇ ਇਹਨਾਂ ਵੋਟਾਂ ਤੋਂ ਹੀ ਡਰਦੇ ਨੇ। ਤਾਂ ਵੋਟਾਂ ਦੇ ਵਿੱਚ ਵੀ ਇਹਨਾਂ ਨੂੰ ਡਰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਸਾਨੂੰ ਕੋਈ ਸੱਟ ਲੱਗ ਸਕਦੀ ਹੈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ, ਉਹ ਹੈਗੀ ਪ੍ਰਧਾਨ ਮੰਤਰੀ ਦੀ ਛਵੀ, ਜੀ, ਕਿ ਜਿਹਨੂੰ ਇੰਟਰਨੈਸ਼ਨਲ ਲੈਵਲ 'ਤੇ ਇੱਕ ਵੱਡੀ ਸੱਟ ਲੱਗੀ ਹੈ। ਕਿਉਂਕਿ ਉਹ ਤਾਂ ਕਦੇ ਵੀ ਈਨ ਮੰਨਣ ਵਾਲੇ ਜਾਂ ਝੁਕਣ ਵਾਲੇ ਜਾਂ ਲਿਖਣ ਵਾਲੇ ਪ੍ਰਧਾਨ ਮੰਤਰੀ ਨਹੀਂ ਸੀ, ਔਰ ਤਾਕਤਵਰ ਪ੍ਰਧਾਨ ਮੰਤਰੀ ਵਜੋਂ ਵਿਚਰ ਰਹੇ ਸੀ। ਔਰ ਉਹ ਜੇ ਅਗਰ ਲਿਖੇ ਨੇ, ਝੁਕੇ ਨੇ, ਤਾਂ ਇਹ ਵੀ ਭਾਜਪਾ ਲਈ ਵੱਡੀ ਗੱਲ ਹੈਗੀ ਹੈ। ਕਿਉਂਕਿ ਭਾਜਪਾ ਦਾ ਜਿਹੜਾ ਆਪਣਾ ਕਾਡਰ ਵੀ ਹੈਗਾ, ਉਹਨਾਂ ਦੇ ਵਿੱਚ ਵੀ ਅੰਦਰੋਂ ਅੰਦਰ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ। ਕਿਉਂਕਿ ਜਿਨ੍ਹਾਂ ਨੂੰ ਇਹ ਸੀ ਕਿ ਸਾਡਾ ਨੇਤਾ ਕਦੇ ਝੁਕਦਾ ਨਹੀਂ, ਸਾਡਾ ਨੇਤਾ ਬੜਾ ਤਾਕਤਵਰ ਹੈ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੱਟ ਲੱਗੀ ਹੋਏਗੀ ਕਿ ਅਗਰ ਅਸੀਂ ਜਿਸ ਨੂੰ ਅਸੀਂ ਤਾਕਤਵਰ ਮੰਨਦੇ ਰਹੇ, ਉਹ ਨੇਤਾ ਸਾਡਾ ਇਸ ਕਿਸਮ ਦਾ ਨਿਕਲਿਆ, ਤਾਂ ਉਹਦੇ ਨਾਲ ਇਹਨਾਂ ਦੇ ਆਪਣੇ ਨੇਤਾ ਅੰਦਰ ਵਿਦਨ ਪਾਰਟੀ ਵੀ ਹੈ ਡਿਮੋਰਲਾਈਜ਼ ਹੋਏ ਹੋਣਗੇ। ਬਾਕੀ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਭਾਜਪਾ ਦੀ ਜਿਹੜੀ ਹੋਰ ਸੇਕ ਲੱਗਾ, ਉਹ ਇਹ ਵੀ ਹੈ ਕਿ ਵਰਲਡ ਲੈਵਲ 'ਤੇ ਜਿੰਨਾ ਕਾਰਪੋਰੇਟ ਸੀਗਾ, ਜਿੰਨੀਆਂ WTO ਦੇ ਨਾਲ ਜੁੜੇ ਹੋਏ ਘਰਾਣੇ ਸੀਗੇ ਜਾਂ ਉਹਦੀਆਂ ਨੀਤੀਆਂ ਸੀ, ਜਿਨ੍ਹਾਂ ਨੂੰ ਅੱਗੇ ਵਧਾਉਣਾ ਸੀ ਮੋਦੀ ਸਾਹਿਬ ਨੇ ਇਹਨਾਂ ਕਾਨੂੰਨਾਂ ਦੇ ਜ਼ਰੀਏ, ਅਗਰ ਇਹ ਕਾਨੂੰਨ ਵਾਪਸ ਹੋਏ ਨੇ ਤਾਂ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਕਾਰਪੋਰੇਟ ਹੈ ਉਹ ਵੀ ਇਹ ਤੋਂ ਥੋੜ੍ਹਾ ਬਹੁਤਾ ਜਿਹੜਾ ਨਿਰਾਸ਼ ਹੈ ਉਹ ਹੋਇਆ ਹੋਏਗਾ। ਸਾਰੇ ਪਾਸੇ ਹੁਣ ਅੱਗੇ ਚੋਣਾਂ ਆਉਂਦੀਆਂ, ਪੰਜਾਬ ਦੇ ਵਿੱਚ ਆਪਾਂ ਨੂੰ ਦੇਖ ਲਿਆ ਜੀ ਕਿ ਭਾਈਚਾਰਕ ਤੌਰ 'ਤੇ ਵੀ ਜਾਂ ਸਮਾਜਿਕ ਤੌਰ 'ਤੇ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਇਹਨਾਂ ਦੇ ਲੀਡਰਾਂ ਦੇ ਪ੍ਰਤੀ ਸਤਿਕਾਰ ਸੀ, ਉਹ ਬਹੁਤ ਸਾਰਾ ਜਿਹੜਾ ਘਟ ਗਿਆ। ਇਸ ਕਰਕੇ ਆਪਾਂ ਇਹ ਕਹਿ ਸਕਦੇ ਕਿ ਇਹਨਾਂ ਨੇ ਤਾਂ ਗਵਾਇਆ ਹੀ ਗਵਾਇਆ। ਦੇਖਣ ਵਾਲੀ ਗੱਲ ਹੈ ਕਿ ਇਹ ਉਸ ਨੂੰ ਕਿੰਨਾ ਕੁ ਰਿਵਾਈਵ ਕਰ ਪਾਉਂਦੇ ਨੇ ਜਾਂ ਆਪਣਾ ਸਤਿਕਾਰ ਬਣਾ ਪਾਉਂਦੇ ਨੇ। ਜੀ ਚਰਨਜੀਤ ਜੀ, ਪੰਜਾਬ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਗਿਆ। ਕਿਸੇ ਵੀ ਸਮੇਂ ਜਿਹੜੀ ਹੈਗਾ ਚੋਣ ਜਾਬਤਾ ਲੱਗ ਸਕਦਾ ਪੰਜਾਬ ਦੇ ਵਿੱਚ। ਤਾਂ ਪੰਜਾਬ ਦੇ ਭਾਜਪਾ ਆਗੂਆਂ ਦੇ ਵਿੱਚ ਵੀ ਇੱਕ ਗੱਲ ਇਹ ਚੱਲ ਰਹੀ ਹੈ ਵੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ। ਉਹਨਾਂ ਦੀ ਮੰਗ ਜਿਹੜੀ 3 ਖੇਤੀ ਕਾਨੂੰਨਾਂ ਤੋਂ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਨੇ ਜੋ ਮੰਗਾਂ ਰੱਖੀਆਂ, ਸਾਰੀਆਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਨੇ। ਅਤੇ ਹੁਣ ਪੰਜਾਬ ਦੇ ਲੋਕ ਇਸ ਵਾਰ ਪੰਜਾਬ ਦੀ ਸੱਤਾ ਦੇ ਵਿੱਚ ਭਾਜਪਾ ਨੂੰ ਮੌਕਾ ਦੇਣਗੇ। ਉਹਨਾਂ ਦੀ ਇਸ ਗੱਲ 'ਚ ਕਿੰਨਾ ਕੁ ਵਜਨ ਦੇਖਣ ਨੂੰ ਮਿਲ ਰਿਹਾ? ਦੇਖੋ, ਇਹ ਹੈ ਕਿ ਇੱਕ ਗੱਲ ਦੀ ਬੜੀ ਚਰਚਾ ਹੈਗੀ ਹੈ ਪੋਲੀਟੀਕਲ ਗਲਿਆਰਿਆਂ ਦੇ ਵਿੱਚ ਵੀ, ਜਾਂ ਇਹਨਾਂ ਦੀ ਆਪਣੀ ਲੀਡਰਸ਼ਿਪ ਹੈ, ਉਹ ਇਸ ਗੱਲ ਨੂੰ ਬੜਾ ਪ੍ਰਚਾਰ ਕਰਦੀ ਹੈ ਕਿ 3 ਖੇਤੀ ਕਾਨੂੰਨ ਵਾਪਸ ਲੈ ਲਏ ਜੀ, ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਅਤੇ ਔਰ ਸਾਰਾ ਕੁਛ ਹੁਣ ਸਮੂਥ ਹੋ ਗਿਆ ਹੈਗਾ ਜੀ। ਪਰ ਆਪਾਂ ਇਹਦੇ ਧਿਆਨ ਦਿਵਾਉਣਾ ਚਾਹਾਂਗਾ ਕਿ ਮੇਘਾਲਿਆ ਦੇ ਜਿਹੜੇ ਰਾਜਪਾਲ ਨੇ ਸੱਤਿਆਪਾਲ ਮਲਿਕ ਜੀ, ਉਹਨਾਂ ਨੇ ਇੱਕ ਗੱਲ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪੰਜਾਬੀ ਹੈ, ਪੰਜਾਬੀ ਲੋਕ ਨੇ, ਯਾਨੀ ਦੀਆਂ ਪੀੜ੍ਹੀਆਂ, ਉਹ ਕਈ ਪੀੜ੍ਹੀਆਂ ਤੱਕ ਕੋਈ ਗੱਲ ਨੂੰ ਨਹੀਂ ਭੁੱਲਦੇ। ਜਾਂ ਆਪਾਂ ਪੰਜਾਬੀਆਂ ਦੀ ਇਹ ਕਹਿ ਲਓ ਕਿ ਇੱਕ ਫਿਤਰਤ ਹੈ ਜਾਂ ਸੁਭਾਅ ਹੈ ਕਿ ਛੇਤੀ ਕਿਤੇ ਵਾਧਾ ਕਰਦੇ ਨਹੀਂ, ਅਗਰ ਕੋਈ ਵਾਧਾ ਕਰਦਾ ਤਾਂ ਇਹ ਛੇਤੀ ਕਿਤੇ ਪਿੱਛੇ ਹਟਦੇ ਨਹੀਂ। ਔਰ ਇਸ ਸਾਰੇ ਅੰਦੋਲਨ ਦੇ ਵਿੱਚ ਜੇ ਸਫ਼ਰ ਕੀਤਾ ਤਾਂ ਉਹ ਪੰਜਾਬ ਨੇ ਕੀਤਾ ਹੈ। ਔਰ ਸਭ ਤੋਂ ਵੱਧ ਜੇ ਨਿਸ਼ਾਨੇ 'ਤੇ ਰੱਖਿਆ ਭਾਰਤ ਸਰਕਾਰ ਨੇ, ਉਹ ਪੰਜਾਬ ਨੂੰ ਰੱਖਿਆ, ਪੰਜਾਬੀਆਂ ਨੂੰ ਰੱਖਿਆ। ਚਾਹੇ ਪੰਜਾਬ ਦੀ ਇਕੋਨਮੀ ਨੂੰ ਸੱਟ ਮਾਰਨ ਦੀ ਗੱਲ ਹੋਵੇ, ਚਾਹੇ ਪੰਜਾਬੀਆਂ ਦੇ ਹੌਸਲੇ ਪਸਤ ਕਰਨ ਵਾਲੀ ਗੱਲ ਹੋਵੇ, ਅਤੇ ਚਾਹੇ ਉਹਨਾਂ 'ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਤੰਜ਼ ਕੱਸਣ ਵਾਲੀ ਗੱਲ ਹੋਵੇ, ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਤਰ੍ਹਾਂ ਦੇ ਪੰਜਾਬੀਆਂ ਨੂੰ ਬੋਲੇ ਗਏ ਨੇ, ਉਹ ਤੋਂ ਨਹੀਂ ਲੱਗਦਾ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਉਹਨਾਂ ਦੇ ਸੀਨਿਆਂ ਦੇ ਵਿੱਚ ਰੜਕਣਗੇ ਨਹੀਂ ਕਿ ਤੁਸੀਂ ਕਹਿ ਦਿੰਦੇ ਹੋ ਕਿ ਖਾਲਿਸਤਾਨੀ ਹੈ, ਇਹ ਅੱਤਵਾਦੀ ਹੈ, ਇਹ ਮਾਓਵਾਦੀ ਹੈ, ਨਕਸਲਵਾਦੀ ਹੈ। ਇਸ ਕਿਸਮ ਦੇ ਬੋਲ ਹੈ ਜਿਹੜੇ ਉਹਨਾਂ ਦੇ ਲੀਡਰ ਨੇ, ਭਾਜਪਾ ਨੇ ਬੋਲੇ ਨੇ। ਬਾਕੀ ਵੀ ਇਹ ਮਨੁੱਖੀ ਮਨ ਹੈ। ਤੁਸੀਂ ਰੋਜ਼ ਕਿਸੇ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੇ ਹੋ 1 ਸਾਲ ਤੋਂ, ਔਰ ਉਹਨਾਂ 'ਤੇ ਡੇ ਬਾਈ ਡੇ ਤੁਸੀਂ ਵਾਅਦੇ ਕਰ ਰਹੇ ਹੋ, ਤਾਂ ਆਪਾਂ ਇਹ ਕਹਿ ਲਈਏ ਕਿ ਇੱਕ ਦਿਨ ਦੇ ਵਿੱਚ ਇੱਕ ਘਟਨਾ ਨਾਲ ਹੀ ਸਾਰੇ ਦਾਗ ਹੈ ਜਿਹੜੇ ਉਹ ਧੋਤੇ ਜਾਣਗੇ। ਇਹ ਮੁਮਕਿਨ ਨਹੀਂ ਜਾਪਦਾ ਆਤਿਸ਼। ਬਾਕੀ ਪੰਜਾਬ ਦੇ ਵਿੱਚ 700 ਪਰਿਵਾਰਾਂ ਦੇ ਵਿੱਚ ਟੋਟਲ ਜਿਹੜੇ ਗਏ ਨੇ, ਉਹਨਾਂ 'ਚ 650 ਪਰਿਵਾਰ ਹੈ ਜਿਹੜੇ
ਪੰਜਾਬ ਦੇ ਨੇ, ਜੀ। ਜਿਨ੍ਹਾਂ ਦੇ ਜਿਹੜੇ ਕਮਾਊ ਜੀ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀਆਂ ਸ਼ਹਾਦਤਾਂ ਦੇ ਚੁੱਕੇ ਨੇ, ਤਾਂ ਉਹ ਪਰਿਵਾਰਾਂ ਜਿਨ੍ਹਾਂ ਦੇ ਚੁੱਲ੍ਹੇ ਬੁਝ ਗਏ ਨੇ, ਚਿਰਾਗ ਬੁਝ ਗਏ ਨੇ, ਆਪਾਂ ਕਹਿ ਲਈਏ ਜੀ। ਚੁੱਲ੍ਹੇ ਠੰਡੇ ਹੋ ਗਏ ਨੇ, ਤਾਂ ਉਹ ਪਰਿਵਾਰ ਇਹਨਾਂ ਚੀਜ਼ਾਂ ਨੂੰ ਕਿਵੇਂ ਭੁਲਾਉਣਗੇ? ਜੀ। ਤਾਂ ਇਹ ਇਹਨਾਂ ਦੀ ਕੋਈ ਐਵੇਂ ਗਲਤਫਹਿਮੀ ਹੋ ਸਕਦੀ ਹੈ ਕਿ ਸਾਰਾ ਕੁਝ ਸਮੂਥ ਹੋ ਜਾਏਗਾ। ਏਡੇ ਵੱਡੇ ਤੁਸੀਂ ਬਾਰ ਕੀਤੇ ਹੈ, ਉਹ ਰਾਤੋਂ ਰਾਤ ਕਿਵੇਂ ਭੁੱਲ ਜਾਣਗੇ ਜੀ, ਲੋਕ? ਬਿਲਕੁਲ। ਤਾਂ ਆਉਣ ਵਾਲੀਆਂ ਚੋਣਾਂ 'ਚ ਇਹ ਠੀਕ ਹੈ ਕਿ ਇਹਨਾਂ ਨੂੰ ਆਪਣੀ ਪੰਜਾਬ 'ਚ, ਜਿਸ ਤਰ੍ਹਾਂ ਯੂਪੀ 'ਚ ਇਹਨਾਂ ਨੂੰ ਲੱਗਦਾ ਸੀ ਕਿ ਆਪਣੀ ਸੱਤਾ ਬਚਾ ਲਈਏ, ਪੰਜਾਬ 'ਚ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੀ ਹੋਂਦ ਹੀ ਬਚਾ ਲਈਏ। ਉਹਦੇ ਲਈ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਹ ਭਾਈਵਾਲ ਬਣ ਰਹੇ ਨੇ, ਢੀਂਡਸਿਆਂ ਨਾਲ ਵੀ ਇਹਨਾਂ ਦੀ ਗੱਲ ਚੱਲ ਰਹੀ ਹੈ। ਪਰ ਦੇਖਣਾ ਹੋਗਾ, ਬੜਾ ਇੰਟਰਸਟਿੰਗ ਹੋਵੇਗਾ ਕਿ ਪੰਜਾਬ ਦੇ ਲੋਕ ਇਹਨਾਂ ਨੂੰ ਮੁੜ ਕੇ ਨਾ ਹਿੱਕ ਨਾਲ ਲਾਉਂਦੇ ਨੇ। ਜੀ ਚਰਨਜੀਤ ਜੀ, ਕਿਸਾਨ ਅੰਦੋਲਨ ਦੀ ਜਿਹੜੀ ਪ੍ਰਾਪਤੀ ਹੈ ਸਭ ਤੋਂ ਵੱਡੀ, ਉਹ ਤਾਂ ਸਭ ਨੂੰ ਦਿਖਾਈ ਦੇ ਰਹੀ ਹੈ ਵੀ ਕਿ ਜਿਹੜੀ ਸਭ ਤੋਂ ਅੜੀਅਲ ਸਰਕਾਰ ਸੀਗੀ ਉਸਦੀ ਅੜੀ ਭੰਨੀ ਗਈ ਹੈ, ਜਿਸ ਦੇ ਚੱਲਦਿਆਂ ਤਿੰਨੋਂ ਖੇਤੀ ਕਾਨੂੰਨ ਵਾਪਸ ਹੋ ਗਏ ਨੇ, ਰੱਦ ਹੋ ਚੁੱਕੇ ਨੇ। ਅਸੀਂ ਜਾਣਨਾ ਚਾਹਾਂਗੇ ਅੰਦੋਲਨ ਦੇ 1 ਸਾਲ ਦੌਰਾਨ ਅਜਿਹੀਆਂ ਕਿਹੜੀਆਂ ਇਹੋ ਜਿਹੀਆਂ ਘਟਨਾਵਾਂ ਸੀ ਜਿਹੜੀਆਂ ਹੁਣ ਤੱਕ ਦਿਖਾਈ ਨਹੀਂ ਦਿੱਤੀਆਂ, ਜਾਂ ਇਹੋ ਜਿਹੀਆਂ ਕਿਹੜੀਆਂ ਪ੍ਰਾਪਤੀਆਂ ਜਿਨ੍ਹਾਂ ਤੋਂ ਹੁਣ ਤੱਕ ਲੋਕਾਂ ਨੂੰ ਵੱਲੋਂ ਨਹੀਂ ਦੇਖਿਆ ਗਿਆ ਤੇ ਤੁਸੀਂ ਉਹਨਾਂ ਨੂੰ ਨੋਟ ਡਾਊਨ ਕੀਤਾ? ਵੈਸੇ ਤਾਂ ਦੇਖੋ, ਪ੍ਰਾਪਤੀਆਂ ਤਾਂ ਹੁਣ ਸਾਰੀਆਂ ਪਤਾ ਹੀ ਹੈਗੀਆਂ। ਪਹਿਲੀ ਤਾਂ ਇਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਹੈ ਜਿਹੜੇ, ਉਹਨਾਂ ਨੂੰ ਵਾਪਸ ਕਰਵਾਇਆ ਕਿਸਾਨਾਂ ਨੇ। ਇੱਕ ਵੱਡੀ ਜਿੱਤ ਹੈ ਜਿਹੜੀ ਹਾਸਲ ਕੀਤੀ ਹੈ, ਜੀ। ਔਰ ਇਹ ਹਿਸਟੋਰਿਕ ਜਿੱਤ ਹੈ, ਕਿਉਂਕਿ ਪਹਿਲਾ ਫੈਸਲਾ ਜਿਹੜਾ ਮੋਦੀ ਸਰਕਾਰ ਨੂੰ ਪਲਟਾਉਣਾ ਪਿਆ, ਆਪਣੇ ਫੈਸਲੇ ਤੋਂ ਜਿਹੜਾ ਪਛਾਣ ਹੈ ਉਹ ਹਟਣਾ ਪਿਆ। ਜੀ। ਦੂਸਰਾ, ਕਾਰਪੋਰੇਟਾਂ ਨੂੰ ਸੱਟ ਲੱਗੀ ਹੈ। ਜੀ। ਕਾਰਪੋਰੇਟਾਂ ਦੀ ਇੱਕ ਜਿਹੜੀ ਲੜੀ ਅੱਗੇ ਵੱਧ ਰਹੀ ਸੀਗੀ, ਤਾਂ ਉਹਦੀ ਜਿਹੜੀ ਸਾਖ ਹੈ ਉਹ ਵੀ ਗੁਆਚੀ ਹੈ ਇਹਦੇ ਨਾਲ। ਜੀ। ਕਿ ਕਾਰਪੋਰੇਟਾਂ ਦੇ, ਕਿਉਂਕਿ ਮੋਟੇ ਤੌਰ 'ਤੇ ਇਹ ਸੀ ਸਰਕਾਰ ਦੇ ਖਿਲਾਫ ਲੜਾਈ ਸੀ, ਉਸ ਤੋਂ ਬਾਅਦ ਪਹਿਲੀ ਵਾਰ ਹੈ ਕਿ ਅਸੀਂ ਕਾਰਪੋਰੇਟ ਨੂੰ ਆਇਡੈਂਟੀਫਾਈ ਕਰਕੇ ਇਹ ਲੜਾਈ ਹੈ ਜਿਹੜੀ ਸਾਰੀ ਲੜੀ ਹੈਗੀ ਹੈ। ਜੀ। ਅੰਦੋਲਨ ਨੇ ਹੋਰ ਬੜੇ ਰਾਹ ਖੋਲ੍ਹੇ, ਨਵੀਆਂ ਚੁਣੌਤੀਆਂ ਜਿਹੜੀਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਭਾਰਤ ਸਰਕਾਰ ਨੂੰ। ਜਿਸ ਤਰ੍ਹਾਂ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਵਾਲਿਆਂ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਕਿ ਪੰਜਾਬ ਨੇ ਸਾਨੂੰ ਨਵਾਂ ਰਾਹ ਦਿਖਾਇਆ। ਇਹ ਵੀ ਇੱਕ ਵੱਡੀ ਪ੍ਰਾਪਤੀ ਹੈ, ਔਰ ਸਾਂਝੇ ਅੰਦੋਲਨ ਲੜਨ ਦੀ ਇੱਕ ਵੱਡੀ ਪ੍ਰਾਪਤੀ ਹੈ ਸਾਡੀ। ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਵਾਲੇ ਹੁਣ ਤੱਕ ਲੜਾਉਂਦੇ ਰਹੇ ਨੇ, ਉਹਨਾਂ ਨੇ ਸਾਂਝ ਦਿਖਾਈ ਹੈ। ਕਿਉਂਕਿ ਕੋਈ ਵੀ ਮੂਵਮੈਂਟ ਹੈ, ਇਹ ਖਿੱਤਿਆਂ ਦੇ ਵਿੱਚ ਅਲੱਗ-ਅਲੱਗ ਲੜੀਆਂ ਜਾਂਦੀਆਂ ਰਹੀਆਂ ਨੇ। ਚਾਹੇ ਇੱਕ ਕਿਸਾਨਾਂ ਦੀ ਮੂਵਮੈਂਟ ਹੈ, ਚਾਹੇ ਮੁਲਾਜ਼ਮਾਂ ਦੀ ਹੈ, ਚਾਹੇ ਵਿਦਿਆਰਥੀਆਂ ਦੀ ਹੈ। ਜੀ। ਪਰ ਇਹ ਵੱਜਵੇਂ ਰੂਪ 'ਚ ਕਿਤੇ ਨਹੀਂ ਦੇਖਣ ਨੂੰ ਮਿਲਦੀ ਸੀ। ਪਰ ਹੁਣ ਇੱਕ ਨਵਾਂ ਮੁਹਾਜ਼ ਖੁੱਲ੍ਹ ਗਿਆ ਹੈਗਾ, ਨਵਾਂ ਰਾਹ ਖੁੱਲ੍ਹ ਗਿਆ ਹੈਗਾ ਕਿ ਹੁਣ ਇੱਕ ਤਾਂ ਇਹ ਪੋਲੀਟੀਸ਼ੀਅਨਾਂ ਦੇ ਝਾਂਸੇ 'ਚ ਨਹੀਂ ਆਉਣਗੇ ਜਿਹੜੇ ਆਪਸ 'ਚ ਲੜਾ ਦਿੰਦੇ ਸੀ ਇਹਨਾਂ ਨੂੰ। ਪੰਜਾਬ ਅਤੇ ਹਰਿਆਣਾ ਦੀ ਇੱਕ ਜੋਟੀ ਹੈ ਜਿਹੜੀ ਨਵੀਂ ਪਈ ਹੈ, ਨਾਲ ਯੂਪੀ ਵੀ ਮਿਲਿਆ। ਤਾਂ ਭਵਿੱਖ ਦੇ ਵਿੱਚ ਇਸ ਤੋਂ ਇਲਾਵਾ ਅਤਿਸ਼ ਇਹ ਵੀ ਹੈ ਕਿ ਸਾਨੂੰ ਇਹ ਨਹੀਂ ਕਿ ਅਸੀਂ ਖੇਤੀ ਕਾਨੂੰਨਾਂ ਦੇ ਰਾਹ ਰੋਕ ਲਏ ਨੇ, ਬਹੁਤ ਸਾਰੇ ਨਵੇਂ ਹੱਲੇ ਵੀ ਅਸੀਂ ਰੋਕ ਲਏ ਨੇ ਇਹਦੇ ਜ਼ਰੀਏ। ਭਾਰਤ ਸਰਕਾਰ ਨੇ ਕਾਰਪੋਰੇਟਾਂ ਦੇ ਪੱਖ ਵਿੱਚ ਜਿਹੜੀਆਂ ਹੋਰ ਵਿਉਂਤਬੰਦੀਆਂ ਨਵੀਆਂ ਪਲੈਨਿੰਗਸ ਕੀਤੀਆਂ ਸੀ, ਜਿਨ੍ਹਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਸ਼ੇਪ ਦੇਣੀ ਸੀ, ਤਾਂ ਉਹਦੇ ਰਾਹ ਵੀ ਅਸੀਂ ਰੋਕ ਲਏ ਨੇ। ਉਹ ਕਿਸਾਨ ਅੰਦੋਲਨ ਕਰਕੇ ਉਹ ਸਾਨੂੰ ਦਿਖ ਨਹੀਂ ਰਹੇ। ਪਾਲਿਸੀ ਮੇਕਿੰਗ ਦੇ ਵਿੱਚ ਹੁਣ ਸਾਡੀ ਹਿੱਸੇਦਾਰੀ ਹੋਏਗੀ। ਜਿਸ ਤਰ੍ਹਾਂ ਖੇਤੀ ਕਾਨੂੰਨ ਬਣਾਏ ਤਾਂ ਸਟੇਕ ਹੋਲਡਰ ਨੂੰ ਬਿਨਾਂ ਦੱਸੇ ਹੀ ਇਹ ਕਾਨੂੰਨ ਬਣਾਏ ਗਏ, ਕਿਸਾਨਾਂ ਨੂੰ ਭਰੋਸੇ 'ਚ ਲਏ। ਤਾਂ ਹੁਣ ਜਦੋਂ ਵੀ ਕੋਈ ਕਾਨੂੰਨ ਬਣੇਗਾ ਤਾਂ ਜਿਹੜੇ ਪਾਲਿਸੀ ਮੇਕਿੰਗ ਪ੍ਰੋਸੈਸ ਹੈ ਉਹਦੇ ਵਿੱਚ ਹਰ ਸਟੇਕ ਹੋਲਡਰ ਦਾ ਜਿਹੜੀ ਹਿੱਸੇਦਾਰੀ ਹੋਏਗੀ, ਜਾਂ ਉਹਨਾਂ ਨੂੰ ਧਿਆਨ 'ਚ ਰੱਖ ਕੇ ਬਣਾਏ ਜਾਣਗੇ। ਅਤੇ ਬਹੁਤ ਸਾਰਾ ਹੋਰ ਭਾਈਚਾਰਾ ਸਾਡਾ ਮਜ਼ਬੂਤ ਹੋਇਆ, ਜਿਹੜੀ ਲੋਕਾਂ ਨੂੰ ਨੈਸ਼ਨਲ ਲੈਵਲ 'ਤੇ ਸੋਝੀ ਆਈ ਹੈ। ਇੱਕ ਅੰਨਦਾਤੇ ਦਾ ਮਾਨ ਸਨਮਾਨ ਬਣਿਆ, ਇੱਕ ਪੱਗ ਦਾ ਸਤਿਕਾਰ ਬਣਿਆ। ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਕਹੀਆਂ ਜਾ ਸਕਦੀਆਂ ਨੇ। ਜੀ ਚਰਨਜੀਤ ਜੀ, ਕਿਸਾਨ ਅੰਦੋਲਨ ਦੇ 1 ਸਾਲ ਦੇ ਸਮੇਂ ਨੇ ਪੰਜਾਬ ਦੇ ਹੀ ਨਹੀਂ ਦੇਸ਼ ਭਰ ਦੇ ਨੌਜਵਾਨਾਂ ਨੂੰ ਇੱਕ ਨਵੀਂ ਸੋਚ ਤੇ ਨਵਾਂ ਉਤਸ਼ਾਹ ਜਿਹੜਾ ਹੈਗਾ ਦਿੱਤਾ। ਪਰ ਉੱਥੇ ਹੀ ਪੰਜਾਬ ਦੇ ਵਿੱਚ ਇੱਕ ਗੱਲਾਂ ਇਹ ਵੀ ਸੁਣਨ ਨੂੰ ਮਿਲ ਰਹੀਆਂ ਨੇ ਵੀ ਕਿ ਅੰਦੋਲਨ ਖਤਮ ਹੋਣ ਵਾਲਾ ਹੈ ਤੇ ਕਿਸਾਨ ਘਰ ਵਾਪਸੀ ਕਰਨਗੇ। ਉਸ ਤੋਂ ਬਾਅਦ ਕਿਸਾਨ ਕੁਝ ਦਿਨਾਂ ਬਾਅਦ ਉਸੇ ਰੰਗ 'ਚ ਰੰਗ ਜਾਣਗੇ ਜਿਵੇਂ ਉਹ ਪਹਿਲਾਂ ਸੀਗੇ। ਤੁਹਾਨੂੰ ਕੀ ਲੱਗਦਾ ਵੀ ਕਿ ਜਿਹੜਾ ਇਹ ਨਵਾਂ ਜੋਸ਼, ਨਵਾਂ ਉਤਸ਼ਾਹ, ਨਵੀਂ ਸੋਚ ਦਿੱਤੀ ਹੈ ਕਿ ਕਿਸਾਨ ਉਸ ਨੂੰ ਅੱਗੇ ਭਵਿੱਖ ਵਿੱਚ ਵੀ ਜਾਰੀ ਰੱਖ ਸਕਣਗੇ? ਆਤਿਸ਼, ਇਸ ਗੱਲ ਦੀ ਬਹੁਤ ਚਰਚਾ ਖਾਸ ਕਰਕੇ ਪਿੰਡਾਂ ਦੇ ਵਿੱਚ ਚੱਲਦੀ ਹੈ, ਪੰਜਾਬ ਦਿਆਂ ਦੇ ਵਿੱਚ, ਜਾਂ ਜਿਹੜੇ ਪੋਲੀਟੀਸ਼ੀਅਨ ਹੈ ਉਹ ਇਸ ਗੱਲ ਦਾ ਪ੍ਰਸਾਰ ਕਰਦੇ ਨੇ। ਇਹ ਗੱਲ ਕਹਿੰਦੇ ਨੇ ਅਲੱਗ-ਅਲੱਗ ਪਲੇਟਫਾਰਮਾਂ 'ਤੇ ਕਿ ਤੁਸੀਂ ਦੇਖੋ ਜੀ, ਜਦੋਂ ਦਿੱਲੀ ਤੋਂ ਇਹ ਲੋਕ ਵਾਪਸ ਆ ਜਾਣਗੇ, ਕੁਛ ਤਾਂ ਅਕਾਲੀਆਂ ਦੇ ਨਾਲ ਤੁਰ ਪੈਣਗੇ, ਕੁਛ ਕਾਂਗਰਸ ਨਾਲ, ਕੁਛ ਆਮ ਆਦਮੀ ਪਾਰਟੀ ਨਾਲ ਚੱਲ ਪੈਣਗੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਕਿਸਾਨ ਅੰਦੋਲਨ ਦਾ ਕੋਈ ਅਸਰ ਹੈ ਇਹਨਾਂ 'ਤੇ, ਇਹ ਕਬੂਲ ਨਹੀਂ ਕਰਨਗੇ। ਸੋ ਇਹ ਤਾਂ ਬਹੁਤ ਵੱਡੀ ਗੱਲ ਹੈ। ਤਾਂ ਪੰਜਾਬ ਦੇ ਲੋਕਾਂ ਲਈ ਤਾਂ ਜਿਹੜਾ ਅੰਦੋਲਨ ਹੈ ਜਿਹੜਾ ਉਹ ਹਜੇ ਸ਼ੁਰੂ ਹੋਣਾ, ਸਮਾਪਤ ਨਹੀਂ ਹੋਇਆ। ਅਤੇ ਪੰਜਾਬੀਆਂ ਲਈ ਇੱਕ ਵੱਡੀ ਪਰਖ ਦੀ ਘੜੀ ਵੀ ਹੈ, ਕਿਉਂਕਿ ਪਿਛਲੇ ਟਾਈਮ ਦੇ ਵਿੱਚ ਪੰਜਾਬੀਆਂ ਨੇ ਇੱਕ ਤਰ੍ਹਾਂ ਨਾਲ ਸੋਚਣਾ ਬੰਦ ਕਰ ਦਿੱਤਾ ਸੀਗਾ, ਔਰ ਉਹਨਾਂ 'ਚ ਬੇਉਮੀਦੀ ਹੈ ਜਾਂ ਬੇਆਸੀ ਹੈ ਜਿਹੜੀ ਉਹ ਜ਼ਿਆਦਾ ਘਰ ਕਰ ਗਈ ਸੀ। ਤਾਂ ਇਹ ਅੰਦੋਲਨ ਨੇ ਇੱਕ ਪੰਜਾਬੀਅਤ ਨੂੰ ਰਿਵਾਈਵ ਕੀਤਾ ਹੈਗਾ।
ਤਾਂ ਇੱਕ ਮੌਕਾ ਹੈ ਪੰਜਾਬੀਆਂ ਕੋਲ, ਇਸ ਮੌਕੇ ਨੂੰ ਸੰਭਾਲਣ ਦਾ ਹੈਗਾ, ਕਿਉਂਕਿ ਹੁਣ ਉਹ ਸੋਝੀ ਵੀ ਰੱਖਦੇ ਨੇ। ਉਹ ਜਦੋਂ ਉਹਨਾਂ ਕੋਲੇ ਪਿੰਡਾਂ ਦੇ ਵਿੱਚ ਹੁਣ ਲੀਡਰ ਆਉਣ, ਘੱਟੋ ਘੱਟ ਇਸ ਕਿਸਮ ਦਾ ਮਾਹੌਲ ਹੈ ਜਿਹੜਾ ਪੰਜਾਬੀਆਂ ਨੂੰ ਸਿਰਜਣਾ ਚਾਹੀਦਾ ਹੈ ਕਿ ਉਹ ਨੇਤਾ ਜਦੋਂ ਪਿੰਡ ਦੀ ਯੂਥ ਦੇ ਵਿੱਚ ਪੈਰ ਪਾਵੇ ਤਾਂ ਉਹਨੂੰ ਤਾਉਣੀ ਜ਼ਰੂਰ ਆਵੇ। ਜੀ, ਕਰਨਾ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚ ਕੀਤਾ ਹੈ, ਸ਼ਾਂਤਮਈ ਰਹਿ ਕੇ ਪੂਰੇ ਏਕੇ ਦੇ ਨਾਲ, ਬਿਨਾਂ ਕਿਸੇ ਤਲਖੀ ਤੋਂ ਉਹਨਾਂ ਨੂੰ ਸਵਾਲ ਪੁੱਛਣੇ ਹੈ, ਉਹਨਾਂ ਨੂੰ ਘੇਰਨਾ ਹੈ, ਉਹਨਾਂ ਦੀ ਮੁਫਤਖਰੀ ਜਿਹੜੇ ਐਲਾਨ ਹੈ ਉਹਨਾਂ ਬਾਰੇ ਪੁੱਛਣਾ ਹੈ, ਔਰ ਉਹਨਾਂ ਐਲਾਨਾਂ ਨੂੰ ਕਿਵੇਂ ਪੂਰਿਆ ਜਾਣਾ ਹੈ ਜਾਂ ਕਿੱਥੋਂ ਰਿਸੋਰਸਿਸ ਆਉਣਗੇ ਇਹ ਵੀ ਪੁੱਛਣਾ ਬਣਦਾ ਹੈ ਉਹਨਾਂ ਨੂੰ। ਇਹ ਅਸਲੀ ਲੋਕ ਰਾਜ ਹੋਏਗਾ। ਤਾਂ ਲੋਕ ਰਾਜ ਨੂੰ ਜਿਉਂਦਾ ਰੱਖਣ ਦੇ ਲਈ ਜਾਂ ਅੰਦੋਲਨ ਦੇ ਵਿੱਚੋਂ ਜਿਹੜਾ 1 ਸਾਲ ਦਾ ਜਿਹੜਾ ਤਪੱਸਿਆ ਲੋਕਾਂ ਦੀ, ਉਹਨੂੰ ਅੱਗੇ ਤੋਰਨ ਦੇ ਲਈ ਪੰਜਾਬੀਆਂ ਦਾ ਹੁਣ ਇੱਕ ਫਰਜ਼ ਵੀ ਬਣਦਾ ਹੈ ਕਿ ਉਹ ਪੋਲੀਟੀਕਲ ਲੋਕਾਂ ਦੇ ਝਾਂਸੇ 'ਚੋਂ ਬਾਹਰ ਆ ਕੇ ਅਸਲੀ ਲੋਕ ਰਾਜ ਨੂੰ ਮਜ਼ਬੂਤ ਕਰਨ। ਅਤੇ ਇਹਦੇ ਨਾਲ ਜੇ ਲੋਕ ਉਹਨਾਂ ਲੋਕਾਂ ਨੂੰ ਘੇਰਨਗੇ, ਸਵਾਲ ਪੁੱਛਣਗੇ ਪੋਲੀਟੀਸ਼ੀਅਨਾਂ ਨੂੰ, ਤਾਂ ਇਹਦੇ ਨਾਲ ਡੈਮੋਕ੍ਰੇਸੀ ਜਿਹੜੀ ਮਜ਼ਬੂਤ ਹੋਏਗੀ ਔਰ ਇਹਦੇ ਨਾਲ ਦੇਸ਼ ਭਗਤੀ ਵੀ ਮਜ਼ਬੂਤ ਹੋਏਗੀ। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਅਸਲੀ ਦੇਸ਼ ਭਗਤੀ ਹੈ ਜਿਹੜੀ, ਉਹ ਬਿਲ ਪਾਵਰ 'ਚ ਹੁੰਦੀ ਹੈ, ਜਿਸ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਨੂੰ ਲਲਕਾਰਨ ਦੀ ਸਮਰੱਥਾ ਹੁੰਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬੀ ਜਿੱਥੇ ਕਿ ਏਡੇ ਵੱਡੇ ਟੈਸਟ ਦੇ ਵਿੱਚੋਂ, ਪ੍ਰੀਖਿਆ 'ਚੋਂ ਪਾਸ ਹੋ ਕੇ ਆਏ ਨੇ, ਤਾਂ ਇਹ ਜਿਹੜੀ ਨਵੀਂ ਪ੍ਰੀਖਿਆ ਅੱਗੇ ਚੋਣਾਂ ਆ ਰਹੀਆਂ ਪੰਜਾਬ ਦੇ ਵਿੱਚ, ਉਹਦੇ ਵਿੱਚ ਵੀ ਪੰਜਾਬੀ ਹੈ ਜਿਹੜੇ ਪਾਸ ਹੋਣਗੇ ਔਰ ਪੋਲੀਟੀਸ਼ੀਅਨ ਹੈ ਜਿਹੜੇ ਲੋਕਾਂ ਨੂੰ ਝਾਂਸੇ ਦਿੰਦੇ ਆ, ਉਹ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੇਲ ਹੋਣਗੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਕਿ ਕਿਸਾਨ ਅੰਦੋਲਨ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।